ਕਿਵੇਂ ਮੰਨਦੇ ਹੋ ਜਿਹੜਾ ਅੱਜ ਦਾ ਮਾਹੌਲ ਹੈ ਅਗਨੀਪਥ ਯੋਜਨਾ ਲੈ ਕੇ ਆਈ ਹੈ ਕੇਂਦਰ ਸਰਕਾਰ। ਪਹਿਲਾਂ ਤਾਂ ਪੂਰੀ ਜਾਣਕਾਰੀ ਦਿਓ, ਅਗਨੀਪਥ ਯੋਜਨਾ ਕੀ ਹੈ, ਉਸ ਦੇ ਫਾਇਦੇ ਕੀ ਨੇ, ਉਸ ਦਾ ਵਿਰੋਧ ਕਿਉਂ ਹੋ ਰਿਹਾ। अग्निपथ जो योजना है उस अग्निवीर बन के एक सैनिक जाएगा जो कि एक 4 साल वास्ते बच्चा जाएगा। 4 साल वास्ते बच्चे नूं बड़ा ही एक उन्होंने अलग लगता है कि मैं आके की करूँगा, मैं आके इत्थे आके वापस 4 साल बाद आऊँगा तो मैनू की नौकरी मिलेगी। सब तो वड्डा जो प्रश्न है ये दिमाग च आउंदा है। दूसरी गल है भी इन्होंने उसकी पेंशन बंद करती गई है। और तुसी बच्चों नूं प्रताड़ित कीता है, दुखी करता तुसी बच्चों नूं। एक बच्चा जिहड़ा 1.5-2 साल दा मेहनत कर रहा सी ਉਹਦੀ ਤੁਸੀਂ ਜ਼ੀਰੋ ਕਰਤੀ। ਸੋ ਇਹਨਾਂ ਬੱਚਿਆਂ ਦੇ ਵਿੱਚ ਜਦੋਂ ਇਹ ਫੈਸਲਾ ਆਇਆ ਕੇਂਦਰ ਸਰਕਾਰ ਦਾ, ਇਹਨਾਂ ਬੱਚਿਆਂ ਦੇ ਵਿੱਚ ਹੌਸਲੇ ਕਿਤੇ ਨਾ ਕਿਤੇ ਡਾਊਨ ਹੋਏ ਆ ਇਹਨਾਂ ਦੇ, ਕਿਵੇਂ ਲੱਗਦਾ? ਤੁਸੀਂ ਤਾਂ ਗੱਲਬਾਤ ਕੀਤੀ ਨਹੀਂ। ਇਹ ਬੱਚਿਆਂ ਦਾ ਮੋਰਲ ਮੋਟੀਵੇਸ਼ਨ ਬਿਲਕੁਲ ਡਾਊਨ ਹੋ ਗਿਆ, ਤਾਂ ਹੀ ਤਾਂ ਇੰਨੇ ਦੰਗੇ ਹੋ ਰਹੇ ਹੈ। ਨਹੀਂ ਤਾਂ ਦੰਗੇ ਹੋਣੇ ਨਹੀਂ ਚਾਹੀਦੇ। ਜੇ ਤੁਹਾਡਾ ਫੈਸਲਾ ਠੀਕ ਹੁੰਦਾ, ਇੰਨੇ ਰਿਟਾਇਰਡ ਜਰਨਲ ਬੈਠੇ ਹੈ, ਇੰਨੇ ਕਮਾਂਡੈਂਟ ਬੈਠੇ ਹੈ, ਬ੍ਰਿਗੇਡੀਅਰ ਬੈਠੇ, CO ਬੈਠੇ ਹੈ, ਉਹ ਤਾਂ ਹੀ ਤਾਂ ਦੰਗੇ ਹੋ ਰਹੇ ਹੈ। वो भी इस चीज़ की निंदा कर रहे हैं भी ये गलत है। मैं खुद आर्मी चो रिटायर्ड हैं जी, पंजाब रेजिमेंट चो, ग्रेजुएशन है, ग्रेजुएट है, ठीक है। मेरे आर्मी च भी कई कोर्स क्लीयर है, ठीक है। क्लैरिकल लाइन च मैं सारी उम्र नौकरी की थी, मैनू नौकरी नहीं मिली तो मैं इन्हां दा किवें कहां भी नौकरी मिल जाएगी। ਏਜੰਸੀਆਂ ਤਾਕਤਾਂ ਜਿਹੜੀਆਂ ਸਾਡੇ ਦੇਸ਼ ਨੂੰ ਜਿਹੜੀਆਂ ਡਾਊਨ ਕਰਨੀਆਂ ਚਾਹੁੰਦੀਆਂ, ਨੁਕਸਾਨ ਕਰਨਾ ਚਾਹੁੰਦੀਆਂ, ਉਹ ਇਹਨਾਂ ਨੂੰ ਭਰਮਾ ਸਕਦੀਆਂ, ਗਲਤ ਪਾਸੇ ਲੈ ਜਾ ਸਕਦੀਆਂ। ਇਹਨਾਂ ਨੂੰ ਕਹਿ ਸਕਦੀਆਂ ਵੀ ਸਾਨੂੰ ਤੁਸੀਂ ਪ੍ਰਾਈਵੇਸੀ ਲੀਕ ਕਰੋ, ਮਿਲਟਰੀ ਦੇ ਵਿੱਚ ਕੀ ਕੁਝ ਹੋ ਰਿਹਾ, ਇਹ ਵੀ ਨੁਕਸਾਨ ਹੋ ਸਕਦਾ। ਨੌਕਰੀ ਕਰਕੇ ਆਏ ਆ, ਸਾਨੂੰ ਪਤਾ ਹੈ ਵੀ ਕੀ ਸਿਕਿਉਰਿਟੀ ਹੈ। ਇਹਨੂੰ ਤੁਸੀਂ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਇੱਕ ਉਤਾਰ ਦੇਣਾ 4 ਸਾਲ ਬਾਅਦ ਤੇ 110% ਹੈ ਅਗਰ ਨੌਕਰੀ ਨਹੀਂ ਮਿਲੀ ਉਹ ਗੈਂਗਸਟਰ ਬਣੇਗਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਜਿੱਥੇ ਇੱਕ ਪਾਸੇ ਪੂਰੇ ਭਾਰਤ ਦੇ ਵਿੱਚ ਬੜਾ ਵੱਡਾ ਜਿਹੜਾ ਮਸਲਾ ਬਣਿਆ ਹੋਇਆ ਹੈ ਅਗਨੀਪਥ ਯੋਜਨਾ ਨੂੰ ਲੈ ਕੇ, ਪੂਰੇ ਭਾਰਤ ਦੇ ਵਿੱਚ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਹੈ। ਅੱਗਾਂ ਲਗਾਈਆਂ ਜਾ ਰਹੀਆਂ ਨੇ, ਬੱਸਾਂ ਫੂਕੀਆਂ ਜਾ ਰਹੀਆਂ ਨੇ, ਟ੍ਰੇਨਾਂ ਜਿਹੜੀਆਂ ਉਹਨਾਂ ਨੂੰ ਅੱਗ ਲਾਈ ਜਾ ਰਹੀ ਹੈ। ਤਾਂ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਵਿਖਾਉਣੀਆਂ ਫਰੀਦਕੋਟ ਦੀਆਂ, ਪੰਜਾਬ ਦਾ ਮਾਹੌਲ ਵਿਖਾਉਣੇ ਆ। ਇਸ ਤਰ੍ਹਾਂ ਇਸ ਵਕਤ ਪੰਜਾਬ ਦਾ ਮਾਹੌਲ ਕੀ ਹੈ। ਪੰਜਾਬ ਦੇ ਵਿੱਚ ਅੱਜ ਵੀ ਜਿਹੜੇ ਨੌਜਵਾਨ ਹੈ ਜਿਹੜੇ ਫੌਜ ਦੇ ਵਿੱਚ ਭਰਤੀ ਹੋਣ ਲਈ ਆਪਦੀ ਜਿਹੜੀ ਲਗਾਤਾਰ ਜਿਹੜੀ ਮਿਹਨਤ ਕਰ ਰਹੇ ਨੇ, ਟ੍ਰੇਨਿੰਗ ਕਰ ਰਹੇ ਨੇ। ਅਤੇ ਅਸੀਂ ਇੱਕ ਅੱਜ ਸੈਨਿਕ ਅਕੈਡਮੀ ਦੇ ਵਿੱਚ ਪਹੁੰਚੇ ਹਾਂ। ਫਰੀਦਕੋਟ ਦੇ ਵਿੱਚ ਸੈਨਿਕ ਅਕੈਡਮੀ ਚੱਲ ਰਹੀ ਹੈ, ਜਿੱਥੋਂ ਇਹਨਾਂ ਨੌਜਵਾਨਾਂ ਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਜਿਹੜਾ ਭਰਤੀ ਲਈ ਪੂਰਾ ਰੈਡੀ ਕੀਤਾ ਜਾਂਦਾ। ਅਤੇ ਉਹ ਨੌਜਵਾਨ ਅੱਜ ਵੀ ਜਿਹੜਾ ਇੱਥੇ ਟ੍ਰੇਨਿੰਗ ਕਰਦੇ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਨੇ। ਇਹ ਫਰੀਦਕੋਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਬੜਾ ਮਾਹੌਲ ਜਿਹੜਾ ਤਣਾਅਪੂਰਵਕ ਬਣਿਆ ਹੋਇਆ ਹੈ। ਨੌਜਵਾਨ ਲਗਾਤਾਰ ਜਿਹੜਾ ਵਿਰੋਧ ਕਰ ਰਹੇ ਆ, ਜਿਹੜਾ ਕੇਂਦਰ ਸਰਕਾਰ ਵੱਲੋਂ ਨਵਾਂ ਫੈਸਲਾ ਜਿਹੜਾ ਲਿਆਂਦਾ ਗਿਆ ਹੈ ਅਗਨੀਪਥ ਯੋਜਨਾ ਨੂੰ ਲੈ ਕੇ। ਤਾਂ ਦੂਜੇ ਪਾਸੇ ਜੇਕਰ ਕਿਤੇ ਨਾ ਕਿਤੇ ਜਿਹੜਾ ਮਾਹੌਲ ਖਰਾਬ ਹੈ, ਬੱਸਾਂ ਫੂਕੀਆਂ ਜਾ ਰਹੀਆਂ, ਜਿਹੜਾ ਟ੍ਰੇਨਾਂ ਨੂੰ ਅੱਗ ਲਾਈ ਜਾ ਰਹੀ ਹੈ, ਅਤੇ ਉੱਥੇ ਜਿਹੜਾ ਇਹਨਾਂ ਨੌਜਵਾਨਾਂ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਵਿੱਚ ਅੱਜ ਵੀ ਜਜ਼ਬਾ ਹੈ, ਅੱਜ ਵੀ ਉਹਨੂੰ ਕਿਤੇ ਨਾ ਕਿਤੇ ਆਸ ਹੈ ਕਿ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਆਪਣਾ ਫੈਸਲਾ ਹੋ ਸਕਦਾ ਵਾਪਸ ਲਵੇ, ਤਾਂ ਸਾਨੂੰ ਉਸੇ ਤਰ੍ਹਾਂ ਜਿਹੜਾ ਫੌਜ ਦੇ ਵਿੱਚ ਜਿਹੜੀਆਂ ਆਪਦੀਆਂ ਸੇਵਾਵਾਂ ਦੇਣ ਦਾ ਮੌਕਾ ਮਿਲ ਜਾਵੇ। ਤਾਂ ਗੱਲਬਾਤ ਕਰਾਂਗੇ ਇਹਨਾਂ ਦੇ ਜਿਹੜੇ ਟ੍ਰੇਨੀ ਨੇ, ਕੋਚ ਨੇ, ਜਿਹੜਾ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ, ਤਾਂ ਸਾਰੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਇਹਨਾਂ ਤੋਂ। ਕਿਉਂਕਿ ਇਹ ਵੀ ਇੱਕ ਸਾਬਕਾ ਫੌਜੀ ਨੇ, ਫੌਜ 'ਚੋਂ ਜਿਹੜੇ ਰਿਟਾਇਰ ਹੋ ਕੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਅਕੈਡਮੀ ਜਿਹੜੀ ਚਲਾਈ ਹੈ, ਅਕੈਡਮੀ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਟ੍ਰੇਨਿੰਗ ਦਿੰਦੇ ਆ, ਜਿਹੜੇ ਉਹ ਸੈਨਾ ਦੇ ਵਿੱਚ ਭਰਤੀ ਹੁੰਦੇ ਨੇ। ਗੱਲਬਾਤ ਕਰਨ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਸਭ ਕੋ ਜੈ ਹਿੰਦ। ਕਿਵੇਂ ਮੰਨਦੇ ਹੋ ਜਿਹੜਾ ਅੱਜ ਦਾ ਮਾਹੌਲ ਹੈ ਅਗਨੀਪਥ ਯੋਜਨਾ ਲੈ ਕੇ ਆਈ ਹੈ ਕੇਂਦਰ ਸਰਕਾਰ? ਪਹਿਲਾਂ ਤਾਂ ਪੂਰੀ ਜਾਣਕਾਰੀ ਦਿਓ, ਅਗਨੀਪਥ ਯੋਜਨਾ ਕੀ ਹੈ, ਉਸ ਦੇ ਫਾਇਦੇ ਕੀ ਨੇ, ਉਸ ਦਾ ਵਿਰੋਧ ਕਿਉਂ ਹੋ ਰਿਹਾ? देखो जी, जो अग्निपथ का विरोध इस करके हो रहा है क्योंकि जो अग्निपथ जो योजना है वो अग्निवीर बन के एक सैनिक जाएगा जो कि एक 4 साल वास्ते बच्चा जाएगा। 4 साल वास्ते बच्चे नूं बड़ा ही एक उन्होंने अलग लगता है कि मैं आके की करूँगा, मैं आके इत्थे आके वापस 4 साल बाद आऊँगा तो मैनू की नौकरी मिलेगी। सब तो वड्डा जो प्रश्न है ये दिमाग च आउंदा है। दूसरी गल है भी इन्होंने उसकी पेंशन बंद करती गई है। मैं भी एक आर्मी चो रिटायर्ड हैं और आर्मी दी अगर पेंशन बंद हो जाएगी तो वो बंदा मतलब किमें नौकरी करेगा, तुसी भी सोच सकते हो। क्योंकि उन्हें कई जगह पर ड्यूटियां जानियां, जम्मू भी जाएगा, लेह च भी जाएगा। कल कोई लड़ाई का माहौल बनेगा तो लड़ाई च किमें जाएगा?
ਇਹ ਮੈਂ ਤਾਂ ਇਸ ਫੈਸਲੇ ਦੀ ਮਤਲਬ ਨਿੰਦਾ ਕਰਦਾ ਹਾਂ। ਦੂਸਰੀ ਗੱਲ, ਮੈਨੂੰ ਸਰਕਾਰ ਤੇ ਸਭ ਤੋਂ ਵੱਡਾ ਜਿਹੜਾ ਇਸ ਚੀਜ਼ ਤੇ ਆਉਂਦਾ ਹੈ ਕਿ ਵੀ ਜੋ ਬੱਚੇ ਤੁਸੀਂ ਜੋ ਪ੍ਰਕਿਰਿਆ ਕਰਨੀ ਹੈ ਤੁਸੀਂ ਠੀਕ ਹੈ, ਜੋ ਅਫਸਰ ਸਾਹਿਬਾਨ ਸਾਡੇ ਤੋਂ ਉੱਪਰ ਵੀ ਬੈਠੇ ਹੈ ਸੂਝਵਾਨ ਹੈ, ਅਸੀਂ ਮੰਨਦੇ ਹਾਂ ਉਹਨਾਂ ਨੂੰ, ਪਰ ਜੋ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਵੀ ਜੋ ਬੱਚੇ 2 ਸਾਲ ਦੇ ਜਿਨ੍ਹਾਂ ਦਾ ਆਰਮੀ 'ਚ ਫਿਜ਼ੀਕਲ ਹੋ ਗਿਆ, ਉਸ ਤੋਂ ਬਾਅਦ ਰਨਿੰਗ ਕੀਤੀ ਉਹਨਾਂ ਨੇ, ਫਿਜ਼ੀਕਲ ਹੋਇਆ, ਮੈਡੀਕਲ ਹੋਇਆ, ਉਹਨਾਂ ਦਾ ਰਿਟਰਨ ਕਿਉਂ ਨਹੀਂ ਲੈ ਰਹੇ? ਕੀ ਕਾਰਨ ਹੈ, ਕਿਉਂ ਨਹੀਂ ਰਿਟਰਨ ਲੈ ਰਹੇ ਤੁਸੀਂ? 2 ਸਾਲ ਦੇ ਉਹ ਬੱਚੇ ਤੜਫ ਰਹੇ ਹੈ। ਤੁਸੀਂ ਇਹ ਦੇਖੋਗੇ ਕਿ ਪੰਜਾਬ ਦਾ ਜੋ ਹਾਲਾਤ ਹੈ, ਜਾਂ ਬਿਹਾਰ ਯੂਪੀ ਦੀ ਲਾਵਾਂ, ਮੈਂ ਰਾਜਸਥਾਨ ਦੀ ਲਾਵਾਂ, ਮੇਰੇ ਕੋਲ ਸਾਰੀ ਸਟੇਟਾਂ ਦੇ ਤਕਰੀਬਨ ਬੱਚੇ ਹੁੰਦੇ ਹੈ, ਵੀ ਇੱਕ ਜਿਹੜਾ ਮਾਂ-ਬਾਪ ਆ ਉਹ ਦਿਹਾੜੀ ਜਾ ਰਹੇ ਹੈ 400 ਰੁਪਏ 300 ਰੁਪਏ ਪਿੱਛੇ, ਉਹ ਆਪਦੇ ਬੱਚੇ ਨੂੰ ਲੈ ਕੇ ਨਹੀਂ ਜਾ ਰਹੇ। ਇਸ ਕਰਕੇ ਨਹੀਂ ਲੈ ਕੇ ਜਾ ਰਹੇ ਵੀ ਅਗਰ ਮੈਂ ਬੱਚੇ ਨੂੰ ਲੈ ਕੇ ਜਾਊਂਗਾ ਤੇ ਕੱਲ ਕੀ ਪਤਾ ਉਹਦੇ ਸੱਟ ਚੋਟ ਲੱਗ ਜੇ, ਉਹ ਮੈਡੀਕਲ 'ਚ ਅਨਫਿਟ ਨਾ ਹੋ ਜੇ। ਤੇ ਉਹ 1.5 ਸਾਲ ਦਾ ਉਹਨੂੰ ਘਰੇ ਬਿਠਾ ਰੱਖਿਆ, ਜਾਂ ਤੁਸੀਂ 1.5 ਸਾਲ ਪਹਿਲਾਂ ਹੀ ਕਹਿ ਦੇਣਾ ਸੀ ਇਹ ਗੱਲ, ਪਹਿਲਾਂ ਹੀ ਤੁਸੀਂ ਇਹ ਕਲੀਅਰ ਕਰ ਦਿੰਦੇ ਵੀ ਹਾਂ ਜੀ ਅਸੀਂ ਪੇਪਰ ਨਹੀਂ ਲਵਾਂਗੇ, ਠੀਕ ਹੈ, ਅਸੀਂ ਇਹ ਨਵਾਂ ਸਿਸਟਮ ਲੈ ਕੇ ਆ ਰਹੇ ਹਾਂ, ਤੇ ਤੁਸੀਂ ਉਹਦਾ ਨੋਟੀਫਿਕੇਸ਼ਨ ਪਾਉਂਦੇ। ਤੁਸੀਂ ਜੁਆਇੰਟ ਇੰਡੀਅਨ ਆਰਮੀ ਵੈਬਸਾਈਟ ਤੇ ਨੋਟੀਫਿਕੇਸ਼ਨ ਪਾ ਰਹੇ ਹੋ, ਲਗਾਤਾਰ ਤੁਸੀਂ 8 ਨੋਟੀਫਿਕੇਸ਼ਨ ਪਾਏ ਆ ਉਹਦੇ, ਲਗਾਤਾਰ। ਫਰਵਰੀ ਪੇਪਰ ਹੈ, ਮਾਰਚ ਪੇਪਰ ਹੈ, ਜੁਲਾਈ ਪੇਪਰ ਹੈ, ਅਗਸਤ ਪੇਪਰ ਹੈ, ਹੁਣ ਤੁਸੀਂ ਉਹ ਪੇਪਰ ਨੂੰ ਰੱਦ ਕਰਤਾ, ਕਿਉਂ ਬਈ? ਇਹ ਤਾਂ ਬਹੁਤ ਗਲਤ ਹੈ। ਮੈਂ ਇਸ ਸਰਕਾਰ ਦੀ ਬਹੁਤ ਹੀ ਜ਼ਿਆਦਾ ਨਿੰਦਿਆ ਕਰਦਾ। ਉਹ ਤੁਸੀਂ ਬੱਚਿਆਂ ਨੂੰ ਪ੍ਰਤਾੜਿਤ ਕੀਤਾ ਹੈ, ਦੁਖੀ ਕਰਤਾ ਤੁਸੀਂ ਬੱਚਿਆਂ ਨੂੰ। ਇੱਕ ਬੱਚਾ ਜਿਹੜਾ 1.5-2 ਸਾਲ ਦਾ ਮਿਹਨਤ ਕਰ ਰਿਹਾ ਸੀ, ਉਹਦੀ ਤੁਸੀਂ 0 ਕਰਤੀ। ਹੁਣ ਤੁਸੀਂ ਛੂਟ ਦੇ ਰਹੇ ਹੋ, ਚਲੋ ਬਹੁਤ ਵੱਡਾ ਫੈਸਲਾ ਹੈ, ਇਹਦੀ ਮੈਂ ਪ੍ਰਸ਼ੰਸਾ ਵੀ ਕਰਦਾ, ਤੁਸੀਂ ਛੂਟ ਦਿੱਤੀ ਹੈ। ਪਰ ਸਭ ਤੋਂ ਵੱਡਾ ਸਾਡਾ ਅਹਿਮ ਮੁੱਦਾ ਹੈ ਤੁਹਾਡਾ ਏਅਰ ਫੋਰਸ ਦਾ, ਜੋ ਤੁਸੀਂ ਉਹਨਾਂ ਨੂੰ ਜੁਆਇਨਿੰਗ ਨਹੀਂ ਦਿੱਤੀ। ਏਅਰ ਫੋਰਸ ਦੇ ਬੱਚਿਆਂ ਦਾ ਜੋ ਅੱਜ ਤੋਂ ਸਾਰਾ ਸਿਸਟਮ ਕਲੀਅਰ ਹੋ ਚੁੱਕਿਆ ਹੈ, ਤੁਸੀਂ ਸਭ ਤੋਂ ਪਹਿਲਾਂ ਏਅਰ ਫੋਰਸ ਔਰ ਆਰਮੀ ਦੇ ਬੱਚਿਆਂ ਦਾ ਇਹਨਾਂ ਨੂੰ ਕਲੀਅਰ ਕਰੋ, ਉਸ ਤੋਂ ਬਾਅਦ ਤੁਸੀਂ ਯੋਜਨਾ ਲੈ ਕੇ ਆਓ। ਔਰ ਦੂਸਰੀ ਗੱਲ ਆ ਰਹੀ ਹੈ ਯੋਜਨਾ ਦੀ 4 ਸਾਲ ਦੀ। 4 ਸਾਲ ਯੋਜਨਾ ਕਿਵੇਂ ਕਾਮਯਾਬ ਹੋ ਜਾਏਗੀ ਮੈਨੂੰ ਤੁਸੀਂ ਦੱਸੋ? ਇੱਕ ਬੱਚਾ 2 ਸਾਲ ਬਾਅਦ ਤੁਹਾਨੂੰ ਕਹੂਗਾ ਵੀ ਇਹ ਪਿਆ ਜੀ ਮੇਰਾ ਸਾਰਾ ਸਿਸਟਮ, ਮੈਂ ਚੱਲਿਆ। ਸਭ ਤੋਂ ਜੋ ਸਿਸਟਮ ਚੱਲ ਰਿਹਾ ਸੀ ਆਰਮੀ 'ਚ, ਤੁਸੀਂ ਅਗਰ ਸੁਧਾਰ ਕਰਨਾ ਹੈ ਉਹਦੇ ਇਕਵਿਪਮੈਂਟ ਦਾ ਕਰੋ, ਅਮਨੀਸ਼ਨ ਹਥਿਆਰਾਂ ਦਾ ਕਰੋ, ਉਹਨਾਂ ਦੀ ਤੁਸੀਂ ਵੇਤਨ। ਇੱਕ ਬੱਚੇ ਦਾ ਤੁਸੀਂ ਮੋਰਲ ਮੋਟੀਵੇਸ਼ਨ ਹੀ ਡਾਊਨ ਕਰਤਾ 4 ਸਾਲ 'ਚ। ਇੱਕ ਤੁਸੀਂ ਸਭ ਤੋਂ ਵੱਡੀ ਗੱਲ ਆ ਰਹੀ ਹੈ ਨਮਕ ਨਾਮ ਨਿਸ਼ਾਨ। ਮੈਂ ਪੰਜਾਬ ਰੈਜੀਮੈਂਟ ਦਾ ਹੈ, ਸਿੱਖ ਰੈਜੀਮੈਂਟ ਦੇ ਹੈ, ਜਾਟ ਰੈਜੀਮੈਂਟ ਹੈ, ਮਰਾਠਾ ਰੈਜੀਮੈਂਟ ਹੈ, ਜੈਕ ਰਾਈਫਲ ਹੈ, ਜੈਕ ਲਾਈ ਆਰਟੀ ਆਰਮਡ ਹੈ। ਤੁਸੀਂ ਉਹਨਾਂ ਨੂੰ ਖਤਮ ਕਰ ਦੋਗੇ ਤੇ ਜਿਹੜੇ ਅੱਜ ਤੱਕ ਇੰਨੇ ਜਰਨਲ ਪੈਦਾ ਹੋਏ, ਕਰਨਲ ਹੈ, ਬ੍ਰਿਗੇਡੀਅਰ ਹੈ, ਉਹ ਆਪਦੀ ਰੈਜੀਮੈਂਟ 'ਚ ਆਉਂਦੇ ਸੀ ਹਰ ਰੈਜਿੰਗ ਡੇ ਤੇ ਕੌਣ ਹੈ? ਜਦੋਂ ਨਾਮ ਹੀ ਨਹੀਂ ਰਹੂਗਾ ਕੌਣ ਆਏਗਾ ਇੱਥੇ? ਇਹ ਸਭ ਤੋਂ ਬਹੁਤ ਹੀ ਇਸ ਚੀਜ਼ ਦੀ ਨਿੰਦਾ ਕਰਦਾ ਮੈਂ। ਰਣਜੀਤ ਜੀ, ਡਬਲ ਜਿਹੜਾ ਨੁਕਸਾਨ ਮੰਨਦੇ ਹੋ ਤੁਸੀਂ, ਕਿਉਂਕਿ 2 ਸਾਲ ਤਾਂ ਪਹਿਲਾਂ ਹੀ ਹੋ ਗਿਆ ਜਿਹੜਾ ਕਿਤੇ ਕੋਈ ਭਰਤੀ ਨਹੀਂ ਹੋਏਗੀ, ਕੋਈ ਟੈਸਟ ਨਹੀਂ, ਜਿਵੇਂ ਤੁਸੀਂ ਦੱਸਿਆ ਹੋਇਆ। ਹੁਣ ਜਿਹੜਾ 4 ਸਾਲ ਦਾ ਕਰਤਾ, ਇਹਦੇ ਨਾਲ ਤਾਂ ਡਬਲ ਨੁਕਸਾਨ ਜਿਹੜਾ ਨੌਜਵਾਨਾਂ ਦਾ ਹੋ ਰਿਹਾ। ਬੇਰੁਜ਼ਗਾਰੀ ਤਾਂ ਫਿਰ ਹੋਰ ਵੱਧ ਜੂਗੀ। ਇਹ ਬਿਲਕੁਲ ਵਧੇਗੀ ਜੀ। ਦੇਖੋ ਤੁਸੀਂ ਅਗਰ ਤੁਸੀਂ ਕੋਈ ਵੀ ਫੈਸਲਾ ਲੈਂਦੇ ਹੋ, ਤੁਸੀਂ ਸਭ ਤੋਂ ਪਹਿਲਾਂ ਪਿੱਛੇ ਵਾਲਾ ਤਾਂ ਕਲੀਅਰ ਕਰੋ। ਜੋ ਬੱਚਿਆਂ ਨੇ ਦੌੜਾਂ ਕਲੀਅਰ ਕੀਤੀਆਂ, ਮੈਡੀਕਲ ਕਲੀਅਰ ਕੀਤੇ, ਤੁਸੀਂ ਜਿਹੜੀ ਟ੍ਰੇਨਿੰਗ ਕਰਾਉਣੇ ਇਹਨਾਂ ਨੂੰ, ਆ ਭਰਤੀ ਵਾਸਤੇ, ਜਿਹੜਾ ਫੌਜ ਦੇ ਵਿੱਚ ਭਰਤੀ ਹੋਣ ਵਾਸਤੇ ਟ੍ਰੇਨ ਕਰਾਉਣੇ, ਕਿੰਨਾ ਟਾਈਮ ਪੀਰੀਅਡ ਹੈ ਇਹਨਾਂ ਟ੍ਰੇਨਿੰਗ ਵਾਸਤੇ? ਦੇਖੋ ਜੀ 3-4 ਮਹੀਨੇ ਬੱਚੇ ਦਾ ਫਿਜ਼ੀਕਲ ਲੱਗ ਜਾਂਦਾ ਹੈ। 3-4 ਮਹੀਨੇ 'ਚ ਬੱਚਾ ਫਿਜ਼ੀਕਲ 'ਚ ਤਿਆਰ ਹੁੰਦਾ ਹੈ। 1.5-2 ਮਹੀਨੇ ਉਹਦੀ ਰਿਟਰਨ ਤਿਆਰੀ ਚੱਲਦੀ ਹੈ। ਕਮ ਸੇ ਕਮ 6-7 ਮਹੀਨੇ ਬੱਚੇ ਦੇ ਲੱਗ ਜਾਂਦੇ ਆ। 7 ਮਹੀਨੇ ਤਾਂ ਇਹਨਾਂ ਨੂੰ ਟ੍ਰੇਨਿੰਗ 'ਤੇ ਲੱਗਦੀ ਹੈ, ਤੇ 4 ਸਾਲ ਨੌਕਰੀ ਵਾਸਤੇ 7 ਮਹੀਨੇ ਟ੍ਰੇਨਿੰਗ। ਫਿਰ ਬੱਚੇ ਕਿਵੇਂ ਕਰਨਗੇ? ਇਹਨਾਂ ਇੱਕ ਨਾਲ ਹੋਰ ਵੀ ਦੱਸੋ, ਇਹਨਾਂ ਬੱਚਿਆਂ ਦੇ ਵਿੱਚ ਜਦੋਂ ਇਹ ਫੈਸਲਾ ਆਇਆ ਕੇਂਦਰ ਸਰਕਾਰ ਦਾ, ਇਹਨਾਂ ਬੱਚਿਆਂ ਦੇ ਵਿੱਚ ਹੌਸਲੇ ਕਿਤੇ ਨਾ ਕਿਤੇ ਡਾਊਨ ਹੋਏ ਆ ਇਹਨਾਂ ਦੇ? ਕਿਵੇਂ ਲੱਗਦਾ? ਤੁਸੀਂ ਤਾਂ ਗੱਲਬਾਤ ਕੀਤੀ ਹੋਣੀ। ਇਹ ਬੱਚਿਆਂ ਦਾ ਮੋਰਲ ਮੋਟੀਵੇਸ਼ਨ ਬਿਲਕੁਲ ਡਾਊਨ ਹੋ ਗਿਆ, ਤਾਂ ਹੀ ਤਾਂ ਇੰਨੇ ਦੰਗੇ ਹੋ ਰਹੇ ਹੈ। ਨਹੀਂ ਤਾਂ ਦੰਗੇ ਹੋਣੇ ਨਹੀਂ ਚਾਹੀਦੇ। ਜੇ ਤੁਹਾਡਾ ਫੈਸਲਾ ਠੀਕ ਹੁੰਦਾ, ਇੰਨੇ ਰਿਟਾਇਰਡ ਜਰਨਲ ਬੈਠੇ ਹੈ, ਇੰਨੇ ਕਮਾਂਡੈਂਟ ਬੈਠੇ ਹੈ, ਬ੍ਰਿਗੇਡੀਅਰ ਬੈਠੇ, CO ਬੈਠੇ ਹੈ, ਉਹ ਤਾਂ ਹੀ ਤਾਂ ਦੰਗੇ ਹੋ ਰਹੇ ਹੈ। ਉਹ ਵੀ ਇਸ ਚੀਜ਼ ਦੀ ਨਿੰਦਿਆ ਕਰ ਰਹੇ ਆ ਵੀ ਇਹ ਗਲਤ ਹੈ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੀ, ਇਸ ਚੀਜ਼ 'ਤੇ ਜਲਦੀ ਤੋਂ ਜਲਦੀ ਫੈਸਲਾ ਲੈਣ, ਔਰ ਤਾਂ ਕਿ ਜਿਹੜੇ ਬੱਚਿਆਂ ਦਾ ਜੋ ਵੀ ਸੈਨਿਕ ਬਣ ਜਾਂਦਾ ਉਹਦਾ ਮੋਰਲ ਮੋਟੀਵੇਸ਼ਨ ਅਪ ਹੋਣਾ। ਪੰਜਾਬ ਦੇ ਵਿੱਚ ਮਾਹੌਲ ਕਿਤੇ ਨਾ ਕਿਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲ ਰਿਹਾ। ਤੁਸੀਂ ਕਾਫੀ ਟਾਈਮ ਹੋ ਗਿਆ ਤੁਹਾਨੂੰ ਜਿਹੜੇ ਟ੍ਰੇਨਿੰਗ ਦਿੰਦੇ ਬੱਚਿਆਂ ਨੂੰ, ਬੱਚੇ ਜਿਹੜੇ ਹੈਗੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਯਾਰ ਸਰ ਆਪਾਂ ਵੀ ਐਂ ਕਰਕੇ ਜੀ, ਸਾਨੂੰ ਬਹੁਤ ਗੁੱਸਾ ਆ ਰਿਹਾ, ਜਾਂ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਭੜਕਣਾ ਤੁਹਾਨੂੰ ਮਹਿਸੂਸ ਹੋਈ ਹੈ? ਦੇਖੋ ਬੱਚੇ ਮੈਨੂੰ ਫੋਨ ਕਰ ਰਹੇ ਆ, ਮੈਨੂੰ ਬਾਰ-ਬਾਰ ਕਹਿ ਰਹੇ ਆ ਸਰ ਆਪਾਂ ਇੱਥੇ ਲੈ ਕੇ ਜਾ ਕੇ ਬੱਸ ਸਟੈਂਡ ਚੱਲੀਏ, ਆਪਾਂ DC ਦਫ਼ਤਰ ਅੱਗੇ ਘੇਰਾ ਪਾਈਏ, ਆਪਾਂ BRO ਨੂੰ ਘੇਰਾ ਕਰਕੇ ਇਹਨੂੰ ਮਤਲਬ ਅੱਗ ਲਾਈਏ, ਉਹ ਕਰੀਏ। ਪਰ ਮੈਂ ਉਹਨੂੰ ਰੋਕ ਰਿਹਾ, ਮੈਂ ਕਿਹਾ ਬੇਟਾ ਇਹ ਚੀਜ਼ ਚੰਗੀਆਂ ਨਹੀਂ ਨਾ, ਇਹ ਤਾਂ ਬਿਲਕੁਲ ਗਲਤ ਹੈ। ਆਪਾਂ ਸਰਕਾਰੀ ਪ੍ਰੋਪਰਟੀ, ਸਰਕਾਰੀ ਸਿਸਟਮ ਨੂੰ ਆਪਾਂ ਨਹੀਂ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਣਾ, ਔਰ ਤੁਹਾਡੀ ਜਾਨ ਵੀ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਜਿੰਦੇ ਰਹੋਗੇ ਤਾਂ ਹੀ ਤਾਂ ਜਾਓਗੇ ਆਰਮੀ 'ਚ।
ਪਰ ਇਹ ਸਰਕਾਰ ਨੂੰ ਹੁਣ ਇਹ ਨਹੀਂ ਵੀ ਪੰਜਾਬ ਅਗਰ ਸ਼ਾਂਤ ਹੈ ਤੇ ਪੰਜਾਬ ਦਾ ਇੱਕ ਇਹ ਮੁੱਦਾ ਬਣਾ ਦੇਣ ਵੀ ਪੰਜਾਬ ਸ਼ਾਂਤ ਹੈ ਜੀ, ਹੋਰ ਕੀਤਾ ਨਹੀਂ। ਸਰਕਾਰ ਨੂੰ ਅਹਿਮ ਫੈਸਲਾ ਲੈਣਾ ਚਾਹੀਦਾ। ਮੈਂ ਭਗਵੰਤ ਮਾਨ ਜੀ ਦੇ ਅੱਗੇ ਰਿਕੁਐਸਟ ਕਰਦਾ, ਥੋੜ੍ਹੇ ਕੈੜੇ ਹੋ ਕੇ ਹਿੰਮਤ ਲੈ ਕੇ ਇਸ ਚੀਜ਼ ਨੂੰ ਸਿਰਾ ਲਾਉਣ। ਸਭ ਤੋਂ ਪਹਿਲਾਂ ਆਰਮੀ ਦਾ ਪੇਪਰ ਕਰਵਾਉਣ। ਭਗਵੰਤ ਮਾਨ ਨੇ ਵੀ ਖੁਦ ਜਿਹੜਾ ਵਿਰੋਧ ਕੀਤਾ, ਹੋਰ ਜਿਹੜੀਆਂ ਸਿਆਸੀ ਪਾਰਟੀਆਂ ਉਹ ਵੀ ਵਿਰੋਧ ਕਰ ਰਹੀਆਂ। ਕਿਤੇ ਨਾ ਕਿਤੇ ਜਿਹੜੇ ਸਾਬਕਾ ਜਿਹੜੇ ਕਰਨਲ ਜਰਨਲ ਹੈ, ਲੈਫਟੀਨੈਂਟ ਹੈ, ਉਹ ਵੀ ਵਿਰੋਧ ਕਰ ਰਹੇ ਆ ਇਸ ਚੀਜ਼ ਦਾ। ਉਹਨਾਂ ਨੇ, ਕਿਉਂਕਿ ਉਹ ਇਸ ਚੀਜ਼ ਦੇ ਵਿੱਚੋਂ ਨਿਕਲੇ ਆ, ਉਹਨਾਂ ਨੂੰ ਪਤਾ ਹੈ ਕਿ 4 ਸਾਲ ਦੇ ਬਾਅਦ ਵਿੱਚ ਇਹਨਾਂ ਦਾ ਭਵਿੱਖ ਕੀ ਬਣੂਗਾ। ਤੇ ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਜਿਹੜਾ ਇਹਨਾਂ ਦਾ ਭਵਿੱਖ ਹੈ, ਹੁਣ ਜਿਵੇਂ ਮੰਨ ਲਓ ਤੁਸੀਂ ਰਿਟਾਇਰਮੈਂਟ ਹੋ ਕੇ ਆ ਗਏ ਆ, ਤੁਹਾਨੂੰ ਪੈਨਸ਼ਨ ਤਾਂ ਮਿਲ ਰਹੀ ਹੈ ਨਾ। ਪੈਨਸ਼ਨ ਤੋਂ ਬਾਅਦ ਤੁਸੀਂ ਨਾਲ ਇਹ ਵੀ ਦੱਸੋ ਵੀ ਜਿਹੜੇ ਰਿਟਾਇਰਮੈਂਟ ਹੋ ਕੇ ਹੈ, ਹੁਣ ਜਿਵੇਂ ਇਹ ਕਹਿੰਦੇ ਆ ਵੀ ਬਾਅਦ ਦੇ ਵਿੱਚ ਇਹਨਾਂ ਨੂੰ ਬੈਨੀਫਿਟ ਮਿਲੂਗਾ, ਸਰਕਾਰੀ ਨੌਕਰੀਆਂ ਮਿਲ ਜਾਣਗੀਆਂ। ਜਿਹੜੇ ਹੁਣ ਜਿੰਨੇ ਆਏ ਆ ਸੈਨਿਕ ਜਿਹੜੇ ਰਿਟਾਇਰਮੈਂਟ ਹੋ ਗਏ, ਸਾਰਿਆਂ ਨੂੰ ਨੌਕਰੀ ਮਿਲ ਜਾਂਦੀ ਹੈ। ਦੇਖੋ, ਮੈਂ ਖੁਦ ਆਰਮੀ 'ਚੋਂ ਰਿਟਾਇਰਡ ਹਾਂ ਜੀ, ਪੰਜਾਬ ਰੈਜੀਮੈਂਟ 'ਚੋਂ ਗ੍ਰੈਜੂਏਸ਼ਨ ਹੈ, ਗ੍ਰੈਜੂਏਟ ਹੈ, ਠੀਕ ਹੈ। ਮੇਰੇ ਆਰਮੀ 'ਚ ਵੀ ਕਈ ਕੋਰਸ ਕਲੀਅਰ ਹੈ, ਠੀਕ ਹੈ। ਕਲੈਰੀਕਲ ਲਾਈਨ 'ਚ ਮੈਂ ਸਾਰੀ ਉਮਰ ਨੌਕਰੀ ਕੀਤੀ, ਮੈਨੂੰ ਨੌਕਰੀ ਨਹੀਂ ਮਿਲੀ ਤਾਂ ਮੈਂ ਇਹਨਾਂ ਦਾ ਕਿਵੇਂ ਕਹਾਂ ਵੀ ਨੌਕਰੀ ਮਿਲ ਜੇਗੀ। ਮੈਨੂੰ ਤਾਂ ਮਿਲਦੀ ਨੌਕਰੀ, ਕਿਉਂਕਿ ਆਪਣਾ ਦੇਸ਼ ਹੀ ਐਸਾ ਹੈ ਜੀ, ਹੈ ਹੀ ਨਹੀਂ ਨੌਕਰੀ, ਕਿੱਥੋਂ ਮਿਲਣੀ ਹੈ ਨੌਕਰੀ। ਇਹ ਜਿਹੜੇ ਅੱਜ ਖੱਟਰ ਸਾਹਿਬ ਕਹਿ ਰਹੇ ਹੈ, ਇਹ ਤੁਹਾਡੇ ਦੂਸਰੇ ਸਾਰੇ ਨੇਤੇ ਕਹਿ ਰਹੇ ਹੈ, ਇਹ ਹੋਣੇ ਨਹੀਂ ਉਸ ਟਾਈਮ। ਇੱਥੇ ਕੋਈ ਵਰਕ ਪਰਮਿਟ ਪੱਕਾ ਪਰਮਿਟ ਲਾ ਕੇ ਆਇਆ ਵੀ ਮੈਂ ਇੱਥੇ ਰਹੂੰਗਾ ਜੀ ਪੱਕਾ ਪੂਰੀ ਉਮਰ। 4-4 ਸਾਲ ਤੁਹਾਡੀ ਉਮਰ ਹੈ, ਤੁਸੀਂ ਐਸਾ ਗਲਤ ਕੰਮ ਕਿਉਂ ਕਰਕੇ ਜਾ ਰਹੇ ਹੋ? ਤੁਹਾਨੂੰ ਸੂਝਵਾਨ ਨਾਲ ਇਹ ਕੰਮ ਕਰਨਾ ਚਾਹੀਦਾ ਹੈ ਵੀ ਜੋ ਸਿਸਟਮ ਹੈ ਉਹ ਸਿਸਟਮ ਨਾਲ ਬੋਲੋ। ਮੈਂ ਤਾਂ ਹੀ ਤੁਹਾਡੇ ਅੱਗੇ ਅੱਜ ਰੂਬਰੂ ਤਾਂ ਇਸ ਕਰਕੇ ਹੀ ਹੋਇਆ ਹੈ ਵੀ ਤੁਸੀਂ ਇਹ ਗਲਤ ਫੈਸਲਾ ਹੈ, ਇਸ ਨੂੰ ਵਾਪਸ ਲਓ। ਇਸ 'ਤੇ ਪੂਰਾ ਸੋਚ ਸਮਝ ਕੇ ਜਿਵੇਂ ਚੱਲ ਰਿਹਾ ਸੀ ਉਵੇਂ ਚੱਲਣ ਦਿਓ, ਠੀਕ ਹੈ। ਅਗਰ ਇੱਕ ਸੈਨਿਕ ਦਾ ਪਹਿਲਾਂ ਰਾਜੇ ਫੌਜ ਬਣਾਉਂਦੇ ਸੀਗੇ, ਰਾਜੇ ਫੌਜ ਤਾਂ ਬਣਾਉਂਦੇ ਸੀ ਵੀ ਮੇਰਾ ਰਾਜ ਪਾਠ ਕੋਈ ਖੋਹ ਨਾ ਲਵੇ। ਇਹ ਐਸੇ ਰਾਜੇ ਆਏ ਹੈ, ਇਹਨਾਂ ਨੂੰ ਫੌਜ ਹੀ ਟੈਂਪਰੇਰੀ ਕਰਤੀ। ਜਿਵੇਂ ਹੁਣ ਤੁਸੀਂ 18 ਸਾਲ ਨੌਕਰੀ ਕਰਕੇ ਆਏ, 18 ਸਾਲ ਦੇ ਵਿੱਚ ਤਾਂ ਪੂਰਾ ਡਿਸਿਪਲਿਨ ਦੇ ਵਿੱਚ ਪੱਕੇ ਤੌਰ ਤੇ ਵੱਧ ਜਾਂਦਾ ਬੰਦਾ ਵੀ ਹੁਣ ਡਿਸਿਪਲਿਨ ਦੇ, ਕਿਉਂਕਿ ਬਾਅਦ ਦੇ ਵਿੱਚ ਵੀ ਤੁਸੀਂ ਉਹ ਡਿਸਿਪਲਿਨ ਨੂੰ ਜਿਹੜਾ ਬਾਹਰ ਵੀ ਆ ਕੇ ਫਾਲੋ ਕਰਦੇ ਆ, ਤੇ 4 ਸਾਲ ਦੇ ਵਿੱਚ ਤਾਂ ਇਹਨਾਂ ਨੂੰ ਡਿਸਿਪਲਿਨ ਦਾ ਪਤਾ ਵੀ ਨਹੀਂ ਲੱਗਣਾਗਾ। ਦੇਖੋ ਜੀ, ਜਿੰਨੇ ਕਮਾਂਡਿੰਗ ਅਫਸਰ ਬੈਠੇ ਹੈ, ਜੋ ਕਮਾਂਡਿੰਗ ਅਫਸਰ ਬਣਨਗੇ ਕੱਲ੍ਹ ਇਹ ਜਾਣਗੇ, ਇੱਕ ਕਮਾਂਡਿੰਗ ਅਫਸਰ 'ਤੇ ਇੰਨਾ ਦਬਾਅ ਪੈ ਜਾਏਗਾ, ਮੈਂਟਲੀ ਡਿਸਟਰਬ ਹੋ ਜਾਏਗਾ ਇੱਕ CO। ਔਰ ਜੋ ਉਹਦੇ ਥੱਲੇ ਜੋ 2IC ਜੋ ਇੰਨੇ ਅਧਿਕਾਰੀ ਕੰਮ ਕਰਦੇ ਹੈ, ਜੋ ਸੀਨੀਅਰ JCO ਹੈ, ਸਭ 'ਤੇ ਇਹ ਬਹੁਤ ਵੱਡੀ ਵਿਪਤਾ ਪੈ ਜਾਣੀ ਹੈ। 4 ਸਾਲ 'ਚ ਅਗਰ ਜਿਹੜੇ ਸਾਡੇ CO ਸੀ ਪੁਰਾਣੇ, ਜਿਨ੍ਹਾਂ ਨੇ ਲੜਾਈਆਂ ਲੜੀਆਂ, ਜਿਨ੍ਹਾਂ ਨੇ ਕੁਛ ਕਰਕੇ ਦਿਖਾਇਆ, ਉਹ 4 ਸਾਲ ਦੇ ਬੱਚੇ ਨੂੰ ਤਾਂ ਲੜਾਈ 'ਚ ਲੈ ਕੇ ਨਹੀਂ ਜਾਂਦੇ ਸੀ, ਆਪਰੇਸ਼ਨ ਨਹੀਂ ਲੈ ਕੇ ਜਾਂਦੇ ਸੀ। ਯਾਰ ਇਹ ਨया ਬੱਚਾ ਹੈ, ਇਸਕੋ ਛੋੜੋ, ਪਹਿਲੇ ਇਹਨੂੰ ਟ੍ਰੇਨਡ ਹੋਣ ਦਿਓ, ਇਹਨੂੰ ਸਿਖਲਾਈ ਦਿਓ ਪੂਰੀ ਪ੍ਰੋਪਰ। 4 ਸਾਲ 'ਚ ਅਸੀਂ ਸਿਖਲਾਈ ਨਹੀਂ ਮੰਨਦੇ, ਕਮ ਸੇ ਕਮ 9-10 ਸਾਲ ਸਿਪਾਹੀ ਬਣ 'ਚ ਲੱਗ ਜਾਂਦੇ ਹੈ, ਫਿਰ ਉਹ ਸਿਪਾਹੀ ਤਿਆਰ ਹੁੰਦਾ ਹੈ। ਫਿਰ ਉਸ 'ਤੇ ਆਪਾਂ ਮਾਣ ਕਰਦੇ ਹਾਂ ਵੀ ਇਹ ਅੱਗੇ ਬਾਰਡਰ 'ਤੇ ਖੜਾ, ਇਹ ਕੁਛ ਨਾ ਕੁਛ ਕਰ ਲੇਗਾ। 11 ਸਾਲਾਂ 'ਚ ਕੀ ਕਰੂਗਾ ਫਿਰ? 4 ਸਾਲਾਂ 'ਚ ਕੁਛ ਨਹੀਂ ਕਰਨਾ ਜੀ। ਉਹਨੂੰ ਕੁਛ ਮਾਣ ਹੀ ਨਹੀਂ ਇਹਨਾਂ ਦਾ ਮੰਨਣਾ ਵੀ ਯਾਰ ਅਸੀਂ ਲੜਾਈ 'ਤੇ ਜਾਈਏ, ਗਾਂ ਜਾਈਏ, ਠੀਕ ਹੈ। ਇਹਨਾਂ ਨੂੰ ਇਹ ਹੋ ਜਾਣਾ ਵੀ 4 ਸਾਲ ਆ ਯਾਰ, ਕਿਵੇਂ ਨਾ ਕਿਵੇਂ ਕੱਢ ਲਈਏ ਆਪਾਂ। ਦੇਖੋ ਜੀ, ਆਪਾਂ ਦੋਨੇ ਚੱਲ ਜਾਈਏ ਬਾਰਡਰ 'ਤੇ, 4 ਸਾਲ 'ਚ ਆਪਾਂ ਭਰਤੀ ਹੋ ਗਏ, 6 ਮਹੀਨੇ ਆਪਣੀ ਟ੍ਰੇਨਿੰਗ ਚੱਲ ਗਈ, 3.5 ਸਾਲ ਰਹਿ ਗਏ, ਉਹ 'ਚ ਆਪਣੀ ਛੁੱਟੀ ਵੀ ਹੈਗੀ 6 ਮਹੀਨੇ। ਆਪਣੀ ਲੜਾਈ ਲੱਗ ਗਈ, ਤੁਸੀਂ ਮੈਨੂੰ ਕਹਿਣਾ ਰਣਜੀਤ ਸਿੰਘ ਪਹਿਲਾਂ ਤੂੰ ਜਾ, ਮੈਂ ਕਹੂੰਗਾ ਜੀ ਗੁਰਜੀਤ ਸਿੰਘ ਪਹਿਲਾਂ ਤੁਸੀਂ ਜਾਓ। ਕਿਉਂ ਜਾਓ? ਕਿਉਂਕਿ 3 ਸਾਲ ਪਿੱਛੇ ਕੋਈ ਆਪਦੀ ਜਾਨ ਨਹੀਂ ਜ਼ਖਮੀ ਪਾਉਣਾ ਪਾਉਂਦਾ। ਔਰ ਫਿਰ ਕੀ ਸੈਲਰੀ ਪੈਕੇਜ ਆ? ਕੋਈ ਸੈਲਰੀ ਪੈਕੇਜ ਵੀ ਖਾਸ ਨਹੀਂ, ਠੀਕ ਹੈ। ਇਹ ਚੀਜ਼ ਨੂੰ ਵਾਪਸ ਲੈਣਾ ਚਾਹੀਦਾ। ਮੈਂ ਤਾਂ ਅੱਜ ਵੀ ਰਣਜੀਤ ਇੱਕ ਗੱਲ ਹੋਰ ਵੀ ਆ, ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵੱਡਾ ਨੁਕਸਾਨ ਵੀ ਦੇਸ਼ ਨੂੰ ਹੋ ਸਕਦਾ ਹੈ। ਕਾਰਨ ਉਹਦਾ ਕੀ ਹੈ? ਤੁਸੀਂ ਮੰਨ ਲਓ 18 ਸਾਲ ਨੌਕਰੀ ਉੱਥੇ ਕਰਕੇ ਆਏ ਆ, 18 ਸਾਲਾਂ ਦੇ ਵਿੱਚ ਤੁਸੀਂ ਇੰਨਾ ਕੁ ਨੇੜਿਓਂ ਜੁੜ ਜਾਂਦੇ ਆ ਉਸ ਜਿਹੜੀ ਮਿਲਟਰੀ ਦੇ ਨਾਲ, ਦੇਸ਼ ਦੇ ਨਾਲ ਆਪ ਦਾ ਸਮਝਣ ਲੱਗ ਪੈਂਦੇ ਆ। ਇਹਨਾਂ ਨੇ 4 ਸਾਲ ਜਦੋਂ ਨੌਕਰੀ ਕੀਤੀ ਉੱਥੇ, 4 ਸਾਲ ਦੇ ਵਿੱਚ ਟ੍ਰੇਨਿੰਗ ਤਾਂ ਪੂਰੀ ਹੋ ਜਾਣੀ ਹੈ। ਇੱਕ ਜਿਹੜੀ ਮਿਲਟਰੀ ਦੀ ਪ੍ਰਾਈਵੇਸੀ ਹੁੰਦੀ ਹੈ, ਬੜੀ ਆਪਦੀ ਪ੍ਰਾਈਵੇਸੀ ਹੁੰਦੀ ਹੈ, ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਤੁਸੀਂ ਬਾਹਰ ਆਏ ਆ, ਤੁਸੀਂ ਵੀ ਨਹੀਂ ਆਪਦੀ ਹਜੇ ਤੱਕ ਕਿਤੇ ਗੱਲ ਕੀਤੀ ਉਹਨੂੰ ਵੀ ਮਿਲਟਰੀ ਵਿੱਚ ਕੀ ਹੋ ਰਿਹਾ। ਇਹ ਜਿਹੜਾ ਨੌਜਵਾਨ ਹੈ, ਇਹ ਕਿਉਂਕਿ ਜੇ 4 ਸਾਲ ਨੌਕਰੀ ਕਰਨਗੇ, 4 ਸਾਲਾਂ ਦੇ ਵਿੱਚ ਇਹਨਾਂ ਦੀ ਉਮਰ ਕਿੰਨੀ ਕੁ ਹੋ ਜੂਗੀ? 30 ਤੱਕ ਹੋ ਜੂ, 35 ਸਾਲ ਤੱਕ ਹੋ ਜੂਗੀ। 35 ਸਾਲ ਤੱਕ ਵੀ ਨੌਜਵਾਨ ਯੰਗ, 35 ਸਾਲ ਵੀ ਨਹੀਂ ਹੋਣੇਗੀ, ਯੰਗ ਹੀ ਰਹਿਣਗੇ। ਅਤੇ ਜਦੋਂ ਇਹ 4 ਸਾਲ ਦੇ ਵਿੱਚੋਂ ਬਾਹਰ ਆ ਜਾਣਗੇ, ਬਾਹਰ ਆ ਕੇ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਸਾਡੇ ਵਿਰੋਧੀ ਦੇਸ਼ ਹੈ ਜਾਂ ਜਿਹੜੀਆਂ ਏਜੰਸੀਆਂ, ਤਾਕਤਾਂ ਜਿਹੜੀਆਂ ਸਾਡੇ ਦੇਸ਼ ਨੂੰ ਜਿਹੜੀਆਂ ਡਾਊਨ ਕਰਨੀਆਂ ਚਾਹੁੰਦੀਆਂ, ਨੁਕਸਾਨ ਕਰਨਾ ਚਾਹੁੰਦੀਆਂ, ਉਹ ਇਹਨਾਂ ਨੂੰ ਭਰਮਾ ਸਕਦੀਆਂ, ਗਲਤ ਪਾਸੇ ਲੈ ਜਾ ਸਕਦੀਆਂ। ਇਹਨਾਂ ਨੂੰ ਕਹਿ ਸਕਦੀਆਂ ਵੀ ਸਾਨੂੰ ਤੁਸੀਂ ਪ੍ਰਾਈਵੇਸੀ ਲੀਕ ਕਰੋ, ਮਿਲਟਰੀ ਦੇ ਵਿੱਚ ਕੀ ਕੁਝ ਹੋ ਰਿਹਾ। ਇਹ ਵੀ ਨੁਕਸਾਨ ਹੋ ਸਕਦਾ ਹੁਣ। ਦੇਖੋ ਜੀ, ਤੁਸੀਂ ਮੈਨੂੰ ਜੋ ਗੱਲਾਂ ਪੁੱਛੀਆਂ, ਜਿਵੇਂ ਵੀ ਉਮਰ 'ਚ ਬਾਅਦ ਇਹ 17.5 ਸਾਲ 'ਚ ਜਾ ਰਹੇ ਹੈ, ਹੋਰ 22-23 ਸਾਲਾਂ 'ਚ ਇਹ ਵਾਪਸ ਆ ਜਾਣਗੇ। ਇੱਕ ਯੰਗ ਬੱਚਾ ਆ ਕੇ ਉਹਨੂੰ ਕੁਛ ਨਹੀਂ ਪਤਾ ਹੁੰਦਾ ਵੀ ਮੈਂ ਕੀ ਕੌਨਫੀਡੈਂਸ਼ੀਅਲ ਰੱਖਣਾ ਹੈ, ਕੀ ਮੈਂ ਸਿਕਿਉਰਿਟੀ ਰੱਖਣੀ ਹੈ। ਅੱਜ ਅਸੀਂ ਨੌਕਰੀ ਕਰਕੇ ਆਏ ਹਾਂ, ਸਾਨੂੰ ਪਤਾ ਹੈ ਵੀ ਕੀ ਸਿਕਿਉਰਿਟੀ ਹੈ। ਇਹਨੂੰ ਤੁਸੀਂ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਇੱਕ ਉਤਾਰ ਦੇਣਾ 4 ਸਾਲ ਬਾਅਦ, ਤੇ 110% ਹੈ ਅਗਰ ਨੌਕਰੀ ਨਹੀਂ ਮਿਲੀ ਉਹ ਗੈਂਗਸਟਰ ਬਣੇਗਾ, ਠੀਕ ਹੈ। ਉਹ ਦੇਸ਼ 'ਤੇ ਐਸਾ ਖਤਰਾ ਪਾ ਦੋਗੇ,
ਐਸਾ ਸਿਸਟਮ ਰੁਲ ਜਾਏਗਾ ਸਾਰਾ ਸਿਸਟਮ ਬਈ ਉਹ ਸੰਭਲਣਾ ਹੀ ਮੁਸ਼ਕਲ ਹੈ। ਵੱਡਾ ਸਵਾਲ ਹੈ ਸਰਕਾਰਾਂ ਸਾਹਮਣੇ, ਵੱਡਾ ਸਵਾਲ ਹੈ। ਆਪਾਂ ਜ਼ਰੂਰ ਇਹ ਸਰਕਾਰਾਂ ਸਾਹਮਣੇ ਰੱਖਣਾ ਚਾਹਾਂਗੇ। ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਯੰਗ ਏਜ ਦੇ ਵਿੱਚ ਬੱਚੇ ਦੀ ਜਿਹੜੀ ਸੋਚ ਆ ਉਹਨੂੰ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਜਾਣਾ। ਜਿਵੇਂ ਉਹਦੇ ਸੋਚ ਦੇ ਵਿੱਚ ਬਾਤ ਆ ਉਵੇਂ ਹੋਣਾ। ਹੁਣ ਦੇਖੋ ਵੀ ਅਗਰ 4 ਸਾਲ ਦਾ 22-23 ਸਾਲ ਦਾ ਤਾਂ ਬੱਚਾ ਹੈ, ਉਹ ਆਪਾਂ ਬੱਚਾ ਸਮਝਦੇ ਹਾਂ। ਆਪਾਂ ਕਹਿੰਦੇ ਹਾਂ ਵੀ 22-23 ਸਾਲ ਬੱਚੇ ਨੂੰ ਕੀ ਦੱਸਣਾ ਹੈ, ਆਪ ਕਰੋ ਜੋ ਕੁਛ ਕਰਨਾ ਹੈ, ਆਪਾਂ ਆਪ ਕਰਦੇ ਹਾਂ। 22-23 ਸਾਲ ਬੱਚਾ ਇਹ ਯੰਗ ਆਏਗਾ, ਇਹਨੂੰ ਤਾਂ ਜਿਵੇਂ ਜੋ ਪਿੱਛੇ ਲਾਏਗਾ ਉਵੇਂ ਪਿੱਛੇ ਲੱਗ ਜਾਏਗਾ ਇਹ। ਔਰ ਸਭ ਤੋਂ ਖਤਰਾ ਹੈ ਅੱਗੇ ਆਪਣਾ ਜੋ ਜੰਮੂ ਹੈ, ਜੰਮੂ ਜਿਵੇਂ ਇਲਾਕੇ 'ਚ ਜੋ ਬੱਚਾ ਟ੍ਰੇਨਿੰਗ ਕਰਕੇ ਤੁਸੀਂ 4 ਸਾਲ 'ਚ ਭੇਜ ਦੋਗੇ, ਉਹ ਕੀ ਕਰੇਗਾ ਅੱਗੇ ਜਾ ਕੇ? ਕੋਈ ਰੋਜ਼ਗਾਰ ਤਾਂ ਹੈ ਨਹੀਂ, ਫਿਰ ਇਹੀ ਕੰਮ ਰਹਿ ਗਿਆ। ਜਿਹੜੇ ਹੁਣ ਜਿਹੜੇ ਟ੍ਰੇਨਿੰਗ ਕਰ ਰਹੇ ਆ, ਇੱਕ ਪਾਸੇ ਤਾਂ ਹੁਣ ਜਿਵੇਂ ਸਾੜ ਫੂਕ ਹੋ ਰਹੀ ਹੈ, ਵਿਰੋਧ ਹੋ ਰਿਹਾ ਪੂਰਾ, ਤੇ ਇਹ ਅੱਜ ਵੀ ਟ੍ਰੇਨਿੰਗ ਹੈ, ਇਹਨਾਂ ਨੂੰ ਕਿਤੇ ਕਿਤੇ ਫਿਰ ਉਮੀਦ ਹੈ, ਤੁਸੀਂ ਮੋਟੀਵੇਟ ਕਰ ਰਹੇ ਹੋ ਵੀ ਉਮੀਦਾਂ 'ਤੇ ਸਾਰਾ ਕੁਝ ਹੁੰਦਾ। ਹੋ ਸਕਦਾ ਜਿਹੜੀ ਸਰਕਾਰ ਆ ਫੈਸਲਾ ਬਦਲ ਲੇ, ਉਸੇ ਤਰੀਕੇ ਦੇ ਨਾਲ ਹੀ ਜਿਹੜਾ ਤੁਹਾਨੂੰ ਫੇਰ ਭਰਤੀ ਹੋਵੇ। ਦੇਖੋ ਜੀ, ਮੈਨੂੰ ਅੱਜ ਵੀ ਉਮੀਦ ਹੈ ਨਰਿੰਦਰ ਮੋਦੀ ਜੀ ਦੇ। ਔਰ ਮੈਂ ਸੌਰੀ ਇੱਕ ਗੱਲ ਮੈਂ ਭੁੱਲ ਗਿਆ ਸੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਮੈਂ 8 ਮਈ ਦੇ ਧਰਨੇ 'ਚ ਗਿਆ ਸੀ ਦਿੱਲੀ। 8 ਮਈ 'ਤੇ ਮੇਰੀ ਜਦੋਂ ਰੂਬਰੂ ਮੈਂ ਰਾਜਨਾਥ ਜੀ ਨਾਲ ਹੋਇਆ, ਮੀਟਿੰਗ ਹੋਈ ਸਾਡੀ ਸਾਰਿਆਂ ਦੀ, ਉੱਥੇ ਜੋ ਵੀ ਸੀਗੇ ਬੰਦੇ, ਤੇ ਰਾਜਨਾਥ ਜੀ ਨੇ ਇਹ ਗੱਲ ਬੋਲੀ ਸੀ, ਮੈਂ ਜਲਦੀ 20 ਦਿਨਾਂ 'ਚ ਨੋਟੀਫਿਕੇਸ਼ਨ, 5-7 ਦਿਨ 'ਚ 10 ਦਿਨ 'ਚ ਨੋਟੀਫਿਕੇਸ਼ਨ ਆ ਜਾਏਗਾ ਔਰ 20-25 ਦਿਨ 'ਚ ਇਹਨਾਂ ਦਾ ਪੇਪਰ ਹੋ ਜਾਏਗਾ। ਪਰ ਦੇਖੋ ਅਗਰ ਡਿਫੈਂਸ ਮਿਨਿਸਟਰੀ ਝੂਠ ਬੋਲ ਰਿਹਾ ਹੈ, ਆਪਣਾ ਰਾਜਨਾਥ ਜੀ ਝੂਠ ਬੋਲਣਗੇ, ਫਿਰ ਕੀ ਕਰ ਸਕਦੇ ਹਾਂ। ਮੈਂ ਅੱਜ ਵੀ ਇਹ ਉਮੀਦ 'ਤੇ ਹੈਗਾ। ਮੈਂ ਇਸ ਬੱਚਿਆਂ ਨੂੰ ਵੀ ਸਮਝਾ ਰਿਹਾ, ਜੋ ਮੇਰੇ ਕੋਲ ਬੱਚੇ ਟ੍ਰੇਨਿੰਗ ਲੈਂਦੇ, ਬੇਟਾ ਕੋਈ ਹੰਗਾਮਾ ਨਹੀਂ ਕਰਨਾ, ਤੁਸੀਂ ਟ੍ਰੇਨਿੰਗ ਕਰੋ। ਠੀਕ ਹੈ, ਕੋਈ ਗਲਤ ਫੈਸਲੇ ਸਰਕਾਰਾਂ ਕੋਲੋਂ ਹੋ ਜਾਂਦੇ ਆ, ਇਸ 'ਤੇ ਜ਼ਰੂਰ ਸੁਧਾਰ ਹੋਊਗਾ। ਇਹਨਾਂ ਦੇ ਮਾਤਾ ਪਿਤਾ ਦਾ ਵੀ ਤੁਹਾਨੂੰ ਫੋਨ ਆਇਆ ਹੋਣਾ ਵੀ ਅਸੀਂ ਨਹੀਂ ਪੈਸੇ ਖਰਚ ਕਰਨੇਗੇ, ਕਿਉਂਕਿ ਆਉਣ ਵਾਲਾ ਭਵਿੱਖ ਹੀ ਨਹੀਂ ਜਦੋਂ ਬਣਿਆ ਬੱਚੇ ਦਾ, ਤੇ ਫਿਰ ਅਸੀਂ ਕੀ ਕਰਾਂਗੇ? ਦੇਖੋ ਜੀ, ਮਾਤਾ ਪਿਤਾ ਤਾਂ ਟੁੱਟੇ ਪਏ ਆ ਜੀ। 2-2 3-3 ਦਿਨ ਹੋ ਗਏ ਬੱਚਿਆਂ ਨੇ ਰੋਟੀ ਨਹੀਂ ਖਾਧੀ। ਮੈਨੂੰ ਐਸੇ ਫੋਨ ਵੀ ਆ ਰਹੇ ਆ ਵੀ ਬੇਟਾ ਆਇਆ ਨਹੀਂ ਘਰ ਜੀ, ਅੱਜ ਰਾਤ ਦੇ 11 ਵੱਜ ਗਏ। ਫਿਰ ਉਹ ਬੱਚੇ ਨੂੰ ਬੁਲਾਇਆ ਜਾਂਦਾ ਹੈ। ਮੈਂ ਅੱਜ ਵੀ ਇਸ ਕਰਕੇ ਕਾਇਮ ਹੈ ਵੀ ਸ਼ਾਇਦ ਕੋਈ ਫੈਸਲਾ ਅਗਰ ਸਰਕਾਰ ਨੇ ਗਲਤ ਲੈ ਲਿਆ, ਮੈਂ ਇਹਨਾਂ ਨੂੰ ਅੱਜ ਵੀ ਕਹਿਣਾ ਵੀ ਤੁਹਾਡਾ ਰਿਟਨ ਪੇਪਰ 100% ਹੋਏਗਾ, ਤੁਹਾਡੀ ਭਰਤੀ ਵੀ ਉੱਦਾਂ ਹੋਏਗੀ, ਤੁਸੀਂ ਘਬਰਾਉਣਾ ਨਹੀਂ। ਪਰ ਮੈਂ ਸਰਕਾਰ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਬਈ ਯਾਰ, ਜਿਹੜਾ ਪਿਛਲਾ ਕੰਮ ਉਹ ਤਾਂ ਨਿਪਟਾਓ 에ਅਰ ਫੋਰਸ ਵਾਲਿਆਂ ਦਾ ਔਰ ਆਰਮੀ ਦਾ, ਉਹਦੇ ਬਾਅਦ ਤੁਸੀਂ ਅੱਗੇ ਚਲੋ। ਤੁਸੀਂ ਡਾਇਰੈਕਟ ਹਿੱਟ ਮਾਰੀਏ ਤਾਂ ਹੀ ਤਾਂ ਇੰਨੇ ਦੰਗੇ ਹੋਏ, ਨਹੀਂ ਤਾਂ ਸਮਝਾਉਂਦੇ ਇਹਨਾਂ ਨੂੰ ਕੁਛ ਕਰਦੇ। ਹੁਣ ਉਹ ਬੱਚੇ ਮਾਂ ਪਿਓ ਪੂਰੇ ਜਿਹੜੇ ਮਜ਼ਦੂਰ ਦਿਹਾੜੀ ਵਾਲਾ, ਉਹ ਤਾਂ 3-3 ਦਿਨ ਹੋ ਗਏ ਰੋਟੀ ਨਹੀਂ ਖਾਧੀ ਉਹਨਾਂ ਨੇ। ਉਹਨਾਂ ਨੂੰ ਸਮਝਾਉਂਦੇ, ਅਕੈਡਮੀ 'ਚ ਆਉਂਦੇ ਆ ਮੇਰੇ ਕੋਲੇ, ਇਹਨਾਂ ਦੇ ਪੇਰੈਂਟਸ ਆਉਂਦੇ, ਇਹਨਾਂ ਨੂੰ ਮੈਂ ਰੋਕ ਕੇ ਰੱਖਿਆ। ਮੈਂ ਕੋਈ ਗੱਲ ਨਹੀਂ ਬੇਟਾ, ਫੈਸਲਾ ਆਪਣੇ ਹਿੱਤ 'ਚ ਹੋਏਗਾ। ਕਈ ਵਾਰ ਫੈਸਲੇ ਗਲਤ ਹੋ ਜਾਂਦੇ ਆ, ਪਰ ਫੈਸਲਾ ਅਗਰ ਸਮਝਾਉਣਗੇ ਤਾਂ ਮੰਨਣੀ, ਨਰਿੰਦਰ ਮੋਦੀ ਵੀ ਮੰਨੂਗਾ, ਰਾਜਨਾਥ ਜੀ ਮੰਨਣਗੇ। ਔਰ ਮੈਨੂੰ ਹੈਰਾਨੀ ਹੈ ਆਪਣੇ ਚੀਫਾਂ 'ਤੇ ਵੀ ਚੀਫ ਸਟਾਫ ਨੂੰ ਬੋਲਣੀ ਚਾਹੀਦੀਆਂ ਗੱਲਾਂ, ਇਹ ਗੱਲਾਂ ਪੁਆਇੰਟ ਹੋਣੇ ਚਾਹੀਦੀ ਹੈ ਵੀ ਸਰ ਇਹ ਇੱਦਾਂ ਇਹਨਾਂ ਦਾ ਜੋ ਪਹਿਲਾਂ ਵਾਲਾ ਪੈਂਡਿੰਗ ਉਹਨਾਂ ਨੂੰ ਸੁਧਾਰੋ, ਫਿਰ ਅੱਗੇ ਚੱਲਾਂਗੇ। ਬਹੁਤ ਵੱਡੀ ਗੱਲ ਹੈ। ਅੱਜ ਵੀ ਉਮੀਦਾਂ 'ਤੇ ਖੜ੍ਹੇ ਹੈ। ਤੁਸੀਂ ਜਦੋਂ ਇਹਨਾਂ ਨਾਲ ਟ੍ਰੇਨਿੰਗ ਕਰਾਉਣੇ ਹੈ, ਕਿਤੇ ਨਾ ਕਿਤੇ ਜਿਹੜੀ ਉਹ ਗੱਲ ਸਰ ਨਾਲ ਨਹੀਂ ਕਰ ਸਕਦੇ, ਤੁਹਾਡੇ ਨਾਲ ਇਹਨਾਂ ਨੇ ਕੀਤੀ ਹੋਣੀ ਜਦੋਂ ਆ ਫੈਸਲਾ ਹੈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਦਿਲ ਦੀ ਗੱਲ ਕੀਤੀ ਇਹਨੇ ਵੀ ਸਾਡਾ ਸਰ ਹੁਣ ਭਵਿੱਖ ਤਾਂ ਖਤਮ ਹੋ ਗਿਆ। ਹਾਂਜੀ, ਮੇਰੇ ਨਾਲ ਵੀ ਇੰਨਾ ਗੱਲ ਕੀਤੀ ਆ। ਜਦੋਂ ਇਹ ਸੀਨ ਸੁਣਿਆ, ਸਾਰੇ ਬੱਚੇ ਕਹਿਣ ਲੱਗੇ ਜੀ ਅਸੀਂ ਆਏ ਇੱਥੇ ਟ੍ਰੇਨਿੰਗ ਕਰਦੇ ਹਾਂ, ਕਿ ਅਸੀਂ ਚੱਲੀਏ ਸਰ ਘਰ, ਇਹ ਹੋ ਰਹੀ ਗੰਦੇ ਫਸਾਦ, ਅਸੀਂ ਚੱਲੀਏ ਆਪਣੇ ਧਰਨੇ ਲਈਏ। ਮੈਂ ਇਹਨਾਂ ਨੂੰ ਮਨਾ ਕੀਤਾ ਕਿ ਸਰਕਾਰ ਨੇ ਫੈਸਲੇ ਗਲਤ ਲੈ ਲਿੱਤੇ, ਉਹ ਹੋ ਜਾਣਗੇ, ਵਾਪਸ ਲੈ ਲੈਣਗੇ। ਫਿਰ ਇਹ ਕਈ ਬੱਚੇ ਹੋ ਗਏ ਜੀ 3-4 ਦਿਨ ਸਰ ਰੋਟੀ ਨਹੀਂ ਖਾਧੀ, ਹਾਂ ਇਹ ਹੋ ਗਿਆ, ਬੜੇ ਆਪਣੇ ਚੱਕਰਾਂ 'ਚ ਪਏ ਹੋਏ ਸੀ। ਕਿਵੇਂ ਲੱਗਦਾ ਜੀ, ਤੁਸੀਂ ਅੱਜ ਵੀ ਜਿਹੜਾ ਟ੍ਰੇਨਿੰਗ ਕਰ ਰਹੇ ਹੋ, ਇੱਕ ਪਾਸੇ ਨੌਜਵਾਨ ਜਿਹੜਾ ਤੁਹਾਡਾ ਫੈਸਲਾ ਆਇਆ ਵਿਰੋਧ ਕਰ ਰਹੇ ਆ, ਤੁਸੀਂ ਅੱਜ ਵੀ ਕਿਤੇ ਨਾ ਕਿਤੇ ਉਮੀਦ 'ਤੇ ਖੜ੍ਹੇ ਹੋ? ਹਾਂਜੀ ਸਰ, ਉਮੀਦ ਤਾਂ ਜ਼ਰੂਰ ਹੈ ਕਿ ਸਰਕਾਰ ਜੋ ਫੈਸਲਾ ਲਿਆ ਹੈ ਉਹਨੂੰ ਕਿਤੇ ਨਾ ਕਿਤੇ ਸਹੀ ਕਰਨਗੇ ਜਾਂ ਵਾਪਸ ਵੀ ਲੈਣਗੇ। ਅਤੇ ਅਸੀਂ ਆਪਦੀ ਤਿਆਰੀ ਪੂਰੀ ਮਿਹਨਤ ਨਾਲ ਕਰ ਰਹੇ ਹਾਂ ਕਿ ਸਾਡਾ ਭਵਿੱਖ ਕਿਤੇ ਨਾ ਕਿਤੇ ਬਣੇਗਾ ਜ਼ਰੂਰ। ਧੰਨਵਾਦ। ਜਿਹੜੇ ਨੌਜਵਾਨ ਅੱਜ ਵਿਰੋਧ ਕਰ ਰਹੇ ਹੈ, ਉਹਨਾਂ ਨੂੰ ਕੋਈ ਅਪੀਲ ਹੈ? ਕਿਉਂਕਿ ਬੜਾ ਵਧੀਆ, ਮੈਂ ਤੁਹਾਡੇ ਜਿਹੜੇ ਸਰ ਆ ਤੁਹਾਨੂੰ ਟ੍ਰੇਨ ਕਰਾਉਂਦੇ ਆ, ਉਹਨਾਂ ਦੀ ਗੱਲ ਸੁਣੀ ਹੈ, ਬੜਾ ਉਹਨਾਂ ਨੇ ਵਧੀਆ ਤੁਹਾਨੂੰ ਜਿਹੜਾ ਮੋਟੀਵੇਟ ਕਰ ਰਹੇ ਆ ਵੀ ਆਪਾਂ ਗਲਤ ਕੰਮ ਨਹੀਂ ਕਰਨਾ, ਆਪਾਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਕਰਨਾਗਾ। ਆਪਾਂ ਨੂੰ ਹਜੇ ਵੀ ਉਮੀਦਾਂ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਜ਼ਰੂਰ ਤੁਹਾਡੇ ਬਾਰੇ ਸੋਚੂਗੀ। ਅਤੇ ਤੁਹਾਡੇ ਮਨ ਦੇ ਵਿੱਚ ਕੀ ਵਲਵਲ ਹੈ, ਕੀ ਸੋਚਦੇ ਹੋ ਤੁਸੀਂ? ਅਸੀਂ ਕਹਿੰਦੇ ਜੀ, ਜਿਹੜੀ ਸਰਕਾਰਾਂ ਉਹ ਕੰਮ ਗਲਤ ਕਰ ਰਹੀਆਂ ਜੀ, ਸਾਡੇ ਭਵਿੱਖ ਬਾਰੇ ਮਾੜਾ ਸੋਚ ਰਹੀਆਂ, ਅਤੇ ਜੋ ਬੱਚੇ ਆ ਉਹ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਆ, ਅਤੇ ਉਹ ਆਪਦਾ ਧਰਨੇ ਲਈ। ਜਿਵੇਂ ਤੁਸੀਂ ਤਾਂ ਟ੍ਰੇਨਿੰਗ ਕਰੀ ਜਾਂਦੇ, ਅੱਜ ਵੀ ਤੁਹਾਨੂੰ ਉਮੀਦ ਹੈਗੀ ਹੈ ਯਾਰ ਵੀ ਅਸੀਂ ਸਾਡਾ ਭਵਿੱਖ ਬਣੂਗਾ। ਜਿਹੜੇ ਹੁਣ ਗਲਤ ਰਸਤੇ ਚੱਲ ਪਏ ਹੈ, ਵਿਰੋਧ ਕਰਨ ਲੱਗ ਪਏ ਹੈ, ਕਿਤੇ ਨਾ ਕਿਤੇ ਭਾਵਨਾ ਨੂੰ ਉਹਨਾਂ ਦੇ ਠੇਸ ਪਹੁੰਚੀ ਹੈ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਵੀ ਉਹ ਸਰਕਾਰ ਦੀ ਜਿਹੜੇ ਫੈਸਲੇ ਹੈ ਉਹਨਾਂ ਦੀ ਹਜੇ ਵੇਟ ਕਰਨ? ਅਸੀਂ ਤਾਂ ਕਹਿੰਦੇ ਹਾਂ ਵੇਟ ਕਰਨ, ਜਿਹੜੀਆਂ ਸਰਕਾਰਾਂ ਉਹ ਆਪਦੇ ਕਾਨੂੰਨ ਜਿਹੜੇ ਵਾਪਸ ਲੈ ਲੈਣ ਅਤੇ ਬੱਚਿਆਂ ਦਾ ਭਵਿੱਖ ਬਣ ਸਕੇ।
ਆਇਆ ਘਰੋਂ ਫੋਨ ਆਇਆ ਵੀ ਆ ਜਾਓ ਵਾਪਸ ਰਹਿਣ ਦਿਓ, ਤੁਸੀਂ ਆਪਦਾ ਘਰ ਦਾ ਕੰਮ ਕਰ ਲਓ ਜਾਂ ਹੋਰ ਕੋਈ ਭਾਲੋ ਕੰਮ? ਹਾਂਜੀ ਘਰੋਂ ਫੋਨ ਆਇਆ ਸੀ, ਉਹ ਕਹਿੰਦੇ ਘਰੇ ਵਾਪਸ ਆ ਜਾਓ, ਇਹ ਕੋਈ ਫਾਇਦਾ ਨਹੀਂ ਫਿਰ ਇਹਦੇ 'ਚ ਜਾਣ ਦਾ। ਅਤੇ ਉਹ ਸਰ ਦੇ ਕਰਕੇ ਰੁਕੇ ਹੋਏ ਸੀ, ਸਰ ਨੇ ਸਮਝਾਇਆ ਘਰਦਿਆਂ ਨੂੰ ਅਤੇ ਸਾਨੂੰ ਵੀ, ਜਿਹਦੇ ਕਰਕੇ ਅਸੀਂ ਇੱਥੇ ਰੁਕੇ ਨੇ। ਤਾਂ ਆ ਤੁਸੀਂ ਦੇਖਦੇ ਹੋ ਕਿੰਨੀ ਕੁ ਉਮਰ ਹੈ ਇਹਨਾਂ ਨੌਜਵਾਨਾਂ ਦੀ, ਛੋਟੇ ਛੋਟੇ ਨੌਜਵਾਨ ਹੈ ਇੱਥੇ ਜਿਹੜੇ ਅੱਜ ਆਪਦਾ ਭਵਿੱਖ ਵਾਸਤੇ ਜਿਹੜਾ ਉਹ ਟ੍ਰੇਨਿੰਗ ਲੈ ਰਹੇ ਹੈ, ਅਤੇ ਇਹਨਾਂ ਦੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਬੜਾ ਵੱਡਾ ਜਿਹੜਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਭਵਿੱਖ ਨੂੰ ਲੈ ਕੇ ਚਿੰਤਤ ਨੇ। ਅੱਜ ਟ੍ਰੇਨਿੰਗ ਜ਼ਰੂਰ ਕਰ ਰਹੇ ਨੇ, ਜਿੱਥੇ ਇਹਨਾਂ ਨੇ ਟ੍ਰੇਨਿੰਗ ਕਿਤੇ ਖੁੱਲ੍ਹ ਕੇ ਕਰਨੀ ਸੀਗੀ ਆਪਦੇ ਪੂਰੇ ਹੌਸਲੇ ਦੇ ਨਾਲ ਜਿਹੜੀ ਅੱਜ ਟ੍ਰੇਨਿੰਗ ਇੱਥੇ ਕਰਨੀ ਸੀਗੀ, ਉਹ ਕਿਤੇ ਨਾ ਕਿਤੇ ਇਹਨਾਂ ਦੇ ਹੌਸਲੇ ਟੁੱਟੇ ਹੈ। ਹਾਲਾਂਕਿ ਜਿਹੜੇ ਇਹਨਾਂ ਦੇ ਟ੍ਰੇਨੀ ਨੇ ਉਹ ਬੜਾ ਇਹਨਾਂ ਨੂੰ ਉਤਸ਼ਾਹਿਤ ਕਰ ਰਹੇ ਹੈ, ਉਹਨਾਂ ਨੂੰ ਅੱਜ ਵੀ ਉਮੀਦਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਵਿੱਖ ਜ਼ਰੂਰ ਬਣੂਗਾ। ਪਰ ਦੂਜੇ ਪਾਸੇ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜੀ ਸਾੜ ਫੂਕ ਹੋ ਰਹੀ ਹੈ, ਨੌਜਵਾਨ ਆ ਜਿਹੜਾ ਭੜਕੇ ਹੋਏ ਨੇ, ਉਹਨਾਂ ਨੂੰ ਰਾਹ 'ਤੇ ਲਿਆਉਣ ਲਈ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੇਸ਼ ਦਾ ਭਵਿੱਖ ਹੈ, ਆਪਣੀ ਜਿਹੜੀ ਮਿਲਟਰੀ ਦੀ ਪ੍ਰਾਈਵੇਸੀ ਹੈ, ਜਿਹੜੀਆਂ ਮਿਲਟਰੀ ਦੀਆਂ ਵਿੱਚ ਜਿਹੜੀਆਂ ਕੋਈ ਵੀ ਜਿਹੜੀਆਂ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਕੋਈ ਗੱਲਬਾਤ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਸ ਨੂੰ ਲੈ ਕੇ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਜਿਹੜੇ ਜੰਗ ਏਜ ਜਿਹੜੇ ਨੌਜਵਾਨ ਹੈ, ਬਾਹਰ ਆ ਕੇ ਪੈਸੇ ਦੇ ਲਾਲਚ ਦੇ ਵਿੱਚ ਉਹ ਕਿਸੇ ਦੇ ਮਗਰ ਵੀ ਲੱਗ ਸਕਦੇ, ਕਿਸੇ ਦੀ ਗੱਲ 'ਤੇ ਵੀ ਉਹ ਗੱਲ ਨੂੰ ਫਾਲੋ ਕਰਕੇ ਗਲਤ ਕਦਮ ਚੱਕ ਸਕਦੇ ਆ। ਤਾਂ ਉਹਨਾਂ ਦੇ ਭਵਿੱਖ ਨੂੰ ਬਣਾਉਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਬੇਰੁਜ਼ਗਾਰ ਹੋਣ ਤੋਂ ਰੋਕਿਆ ਜਾਵੇ, ਤਾਂ ਕੇਂਦਰ ਸਰਕਾਰ ਨੂੰ ਫਿਰ ਤੋਂ ਜਿਹੜਾ ਸੋਚ ਸਮਝ ਕੇ ਜਿਹੜਾ ਇਹ ਫੈਸਲੇ 'ਤੇ ਜਿਹੜਾ ਦੁਬਾਰਾ ਜਿਹੜਾ ਹੈਗਾ ਵਿਚਾਰ ਕਰਨੀ ਚਾਹੀਦੀ ਹੈ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਕੇਂਦਰ ਸਰਕਾਰ ਜਿਹੜੇ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਭਵਿੱਖ ਦੇ ਵਿੱਚ ਜਿਹੜੇ ਫੈਸਲੇ ਲੈਣੇ ਹੈ, ਜਾਂ ਜਿਹੜਾ ਹੁਣ ਫੈਸਲਾ ਲਿਆ ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਦਾ, ਉਸ 'ਤੇ ਫਿਰ ਤੋਂ ਵਿਚਾਰ ਕਰਦੀ ਹੈ ਜਾਂ ਨਹੀਂ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਗੱਲ ਕਰਾਂਗੇ ਧਰਤੀ ਹੇਠ ਡਿੱਗ ਰਹੇ ਪਾਣੀ ਦੇ ਪੱਧਰ ਦੀ। ਕੀ ਪੰਜਾਬ ਵੱਧ ਰਿਹਾ ਰੇਗਿਸਤਾਨ ਵੱਲ? ਜੂਨ ਦਿਨ ਐਤਵਾਰ ਨੂੰ ਵੇਖਣਾ ਨਾ ਭੁੱਲਣਾ D5 ਚੈਨਲ ਪੰਜਾਬੀ ਦੀ ਸਪੈਸ਼ਲ ਰਿਪੋਰਟ, ਪੰਜਾਬ ਤੇ ਪਾਣੀ ਦਾ ਸੰਕਟ। ਜੇਕਰ ਤੁਸੀਂ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜੋ। ਸਵੇਰੇ 8:30 ਵਜੇ ਪ੍ਰੋਗਰਾਮ ਖਬਰਾਂ ਦਾ ਸਿਰਾ, ਸਵੇਰੇ 10 ਵਜੇ ਪ੍ਰੋਗਰਾਮ ਲੋਕ ਮੰਚ, ਦੁਪਹਿਰ 2 ਵਜੇ ਪੋਲੀਟੀਕਲ ਬੈਟਲ। आगे Hey, hello. This is the key time. Your stop is coming. ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com।